ਹੈਲੋ ਸਟੂਡੈਂਟਸ, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਬੱਚਿਓ, ਅਸੀਂ ਕੁਝ ਦਿਨ ਪਹਿਲਾਂ ਪਾਰਟ 1 ਕੀਤਾ ਸੀ ਕੇਂਦਰ ਸਰਕਾਰ ਬਾਰੇ, ਜਿਹਦੇ ਵਿੱਚ ਅਸੀਂ ਵਿਧਾਨ ਪਾਲਿਕਾ, ਕਾਰਜਪਾਲਿਕਾ ਔਰ ਨਿਆਂਪਾਲਿਕਾ ਬਾਰੇ ਜਿਹੜਾ ਸੀ ਸਟੱਡੀ ਕੀਤੀ ਸੀ। ਇੱਕ ਬੇਸਿਕ ਨੌਲੇਜ ਲਈ ਸੀ ਕਿ ਜਿਹਦੇ ਵਿੱਚ ਅਸੀਂ ਇਹ ਮਤਲਬ ਜੋ ਸੁਣਿਆ ਸੀ ਕਿ ਜੇ ਕੋਈ ਵੀ ਜਿਹੜਾ ਸੀ ਕਿ ਜੋ ਕਾਨੂੰਨ ਹੈ ਉਸ ਨੂੰ ਕੌਣ ਬਣਾਉਂਦਾ ਆ, ਯਾਨੀ ਕਿ ਵਿਧਾਨ ਪਾਲਿਕਾ, ਕਿ ਜਿਹੜੀ ਵਿਧਾਨ ਪਾਲਿਕਾ ਕਿਸੇ ਵੀ ਕਾਨੂੰਨ ਨੂੰ ਬਣਾਉਂਦੀ ਹੈ ਜਾਂ ਉਸ ਨੂੰ ਰੱਦ ਕਰ ਸਕਦੀ ਹੈ। ਫਿਰ ਉਸ ਤੋਂ ਬਾਅਦ ਆਇਆ ਸੀ ਕਿ ਕਾਰਜਪਾਲਿਕਾ ਕੀ, ਕਿ ਕੋਈ ਵੀ ਜਿਹੜਾ ਕਾਨੂੰਨ ਬਣਿਆ ਹੋਇਆ ਆ ਉਹਨੂੰ ਲਾਗੂ ਕਿੱਦਾਂ ਕਰਨਾ, ਅਤੇ ਜਿਹੜਾ ਉਹ ਕਾਨੂੰਨ ਜਿਹੜਾ ਲਾਗੂ ਕਰਕੇ ਤਾਂ ਜੋ ਕਿ ਦੇਸ਼ ਨੂੰ ਕਿਸ ਤਰ੍ਹਾਂ ਜਿਹੜਾ ਸੀ ਉਹ ਚਲਾਇਆ ਜਾ ਸਕੇ। ਫਿਰ ਤੀਜੇ ਨੰਬਰ 'ਤੇ ਅਸੀਂ ਰੀਡ ਕੀਤਾ ਸੀ ਨਿਆਂਪਾਲਿਕਾ ਦੇ ਵਿੱਚ ਹੈ ਕਿ ਜੇਕਰ ਉਹ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਜ਼ਿੰਮੇਵਾਰੀ ਕਿਹਦੀ ਹੈ? ਨਿਆਂਪਾਲਿਕਾ ਦੇ ਵਿੱਚ ਅਸੀਂ ਸੁਪਰੀਮ ਕੋਰਟ, ਹਾਈ ਕੋਰਟ ਮਤਲਬ ਜਿਹੜਾ ਸੀ ਉਹਦੇ ਬਾਰੇ ਕੁਛ ਬੇਸਿਕ ਨੌਲੇਜ ਲਈ ਸੀ। ਅੱਜ ਅਸੀਂ ਜਿਹੜਾ ਇਹਨਾਂ ਸਾਰਿਆਂ ਬਾਰੇ ਡਿਟੇਲ ਦੇ ਵਿੱਚ ਪੜ੍ਹਨ ਜਾ ਰਹੇ ਹਾਂ। ਇਹਦੇ ਵਿੱਚ ਹੁਣ ਪਹਿਲਾਂ ਜੋ ਅਸੀਂ ਸੰਸਦ ਦਾ ਜੋ ਪਾਰਟ ਹੈ ਕਾਰਜਪਾਲਿਕਾ, ਉਹਦਾ ਜੋ ਪਹਿਲਾ ਸੰਵਿਧਾਨਿਕ ਅਹੁਦਾ ਆ ਇਹ ਰਾਸ਼ਟਰਪਤੀ, ਉਹਨਾਂ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ। ਰਾਸ਼ਟਰਪਤੀ ਬਾਰੇ ਗੱਲ ਕਰਦੇ ਹਾਂ ਅਤੇ ਜੋ ਉਹਨਾਂ ਦਾ ਫਸਟ ਪੁਆਇੰਟ ਆ ਰਿਹਾ ਆ ਕਿ ਰਾਸ਼ਟਰਪਤੀ ਜਿਹੜੇ ਉਹ ਭਾਰਤ ਦੇ ਪਹਿਲੇ ਨਾਗਰਿਕ ਹੁੰਦੇ ਆ। ਯਾਨੀ ਕਿ ਜੇਕਰ ਤੁਹਾਨੂੰ ਨੈਸ ਦੇ ਵਿੱਚ ਜਿਹੜਾ ਸੀ ਸਵਾਲ ਇਸ ਤਰ੍ਹਾਂ ਦਾ ਆ ਰਿਹਾ ਆ ਕਿ ਤੁਸੀਂ ਦੱਸੋ ਕਿ ਭਾਰਤ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ, ਤਾਂ ਤੁਸੀਂ ਉਹਨਾਂ ਦਾ ਜਵਾਬ ਜਿਹੜਾ ਸੀ ਉਹ ਦੇਣਾ ਆ ਰਾਸ਼ਟਰਪਤੀ। ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਰਾਸ਼ਟਰਪਤੀ ਆ ਉਹਨਾਂ ਦੀ ਜਿਹੜੀ ਚੋਣ ਹੈ ਉਹ ਮਤਲਬ ਕਿਸ ਤਰ੍ਹਾਂ ਚੁਣੇ ਜਾਂਦੇ ਆ, ਅਤੇ ਉਹ ਚੁਣੇ ਜਾਂਦੇ ਆ ਕਿ ਜਿਹੜੇ ਤਾਂ ਲੋਕ ਸਭਾ ਅਤੇ ਜੋ ਰਾਜ ਸਭਾ, ਯਾਨੀ ਕਿ ਜੋ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਲੋਕ ਸਭਾ ਅਤੇ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਹੈ, ਯਾਨੀ ਕਿ ਚੁਣੇ ਹੋਏ ਮੀਨਸ ਕਿ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਸਾਡੇ ਆਪਣੇ ਲੋਕ ਸਭਾ ਦੇ ਵਿੱਚ 545 ਮੈਂਬਰ ਹੈ। ਉਹਨਾਂ 545 ਦੇ ਵਿੱਚੋਂ ਜਿਹੜੇ 543 ਮੈਂਬਰ ਹੈ ਉਹ ਇਲੈਕਟਡ ਹੁੰਦੇ ਆ, ਅਤੇ ਜਿਹੜੇ 2 ਮੈਂਬਰ ਹੈ ਉਹ ਨੋਮੀਨੇਟ ਹੁੰਦੇ ਆ, ਜੋ ਕਿ ਮਤਲਬ ਰਾਸ਼ਟਰਪਤੀ ਖੁਦ ਕਰਦੇ ਆ। ਤਾਂ ਜਿਹੜੇ ਉਹ 2 ਆਪਣੇ ਮਤਲਬ ਜਿਹੜੇ ਨੋਮੀਨੇਟ ਹੁੰਦੇ ਆ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਨਾਮਕਰਨ ਕਰਦੇ ਆ ਜਾਂ ਉਹਨਾਂ ਨੂੰ ਮਨੋਨੀਤ ਕਰਦੇ ਆ, ਕੋਈ ਵੀ ਵਰਡ ਯੂਜ਼ ਕਰ ਸਕਦੇ ਹੋ। ਇਸ ਤਰ੍ਹਾਂ ਜਿਹੜੀ ਸਾਡੀ ਰਾਜ ਸਭਾ ਆ, ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇ ਉਹ ਹੁੰਦੇ ਆ 245, ਜਿਹਦੇ ਵਿੱਚ 233 ਮੈਂਬਰ ਜਿਹੜੇ ਆ ਉਹ ਆਪਣੇ ਇਲੈਕਟਡ ਹੁੰਦੇ ਆ, ਅਤੇ ਜੋ 12 ਮੈਂਬਰ ਆ ਉਹ ਨੋਮੀਨੇਟਡ ਹੁੰਦੇ ਆ। ਅਤੇ ਜਿਹੜੇ 12 ਮੈਂਬਰ ਆ ਉਹ ਕਿੱਥੋਂ ਚੱਕੇ ਜਾਂਦੇ ਆ ਕਿ ਜੇਕਰ ਕੋਈ ਵੀ ਵਿਅਕਤੀ ਜਿਹੜਾ ਆ ਉਹ ਮਤਲਬ ਕਿਸੇ ਆਪਣੇ ਸਾਇੰਸ ਦੇ ਵਿੱਚ, ਕੋਈ ਸੋਸ਼ਲ ਸਰਵਿਸ ਦੇ ਵਿੱਚ, ਕੋਈ ਆਰਟਸ ਵਿੱਚ, ਜਾਂ ਮਤਲਬ ਕਿਸੇ ਵੀ ਇਸ ਤਰ੍ਹਾਂ ਦੇ ਫੀਲਡ ਦੇ ਵਿੱਚ ਜੋ ਐਕਸਪਰਟ ਹੋਵੇ ਉਸ ਨੂੰ ਰਾਸ਼ਟਰਪਤੀ ਜਿਹੜੇ ਨੋਮੀਨੇਟ ਕਰਦੇ ਆ। ਉਸ ਤੋਂ ਬਾਅਦ ਸੈਕੰਡ ਆ ਰਿਹਾ ਕਿ ਜੋ ਵਿਧਾਨ ਸਭਾ ਉਹਦੇ ਚੁਣੇ ਹੋਏ ਮੈਂਬਰ, ਵਿਧਾਨ ਸਭਾ ਦੇ ਜਿਹੜੇ ਆ, ਯਾਨੀ ਕਿ ਫੋਰ ਐਗਜ਼ਾਮਪਲ MLA, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਯਾਨੀ ਕਿ ਵਿਧਾਨ ਸਭਾ ਦੇ ਜਿਹੜੇ ਚੁਣੇ ਹੋਏ ਮੈਂਬਰ ਆ ਉਹ ਉਹਨਾਂ ਨੂੰ ਚੁਣਦੇ ਰਾਸ਼ਟਰਪਤੀ ਨੂੰ। ਤੀਜੇ 'ਤੇ ਆ ਰਿਹਾ ਹੈ ਕਿ ਵਿਧਾਨ ਜਿਹੜੀ ਸਭਾ ਆ ਦਿੱਲੀ ਅਤੇ ਪਾਂਡੀਚੇਰੀ, ਉਹਦੇ ਜਿਹੜੇ ਚੁਣੇ ਹੋਏ ਮੈਂਬਰ, ਯਾਨੀ ਕਿ ਇਹਦੇ ਵਿੱਚ ਬੇਟਾ ਇੱਕ ਚੀਜ਼ ਦੀ ਧਿਆਨ ਰੱਖਣੀ ਆ ਕਿ ਅਸੀਂ ਵਰਡ ਜਿਹੜਾ ਮਤਲਬ ਵਾਰ-ਵਾਰ ਯੂਜ਼ ਕਰ ਰਹੇ ਹਾਂ ਕਿ ਜਿਹੜੇ ਮੈਂਬਰ ਇਲੈਕਟਡ ਹੈ ਨਾ ਕਿ ਨੋਮੀਨੇਟਡ, ਯਾਨੀ ਕਿ ਜੋ ਮੈਂਬਰ ਜਿਹੜੇ ਚੁਣੇ ਹੋਏ ਆ ਉਹੀ ਜਿਹੜੇ ਅਸੀਂ ਰਾਸ਼ਟਰਪਤੀ ਲਈ ਵੋਟ ਪਾਉਣਗੇ, ਨਾ ਕਿ ਜਿਨ੍ਹਾਂ ਨੂੰ ਅਸੀਂ ਨੋਮੀਨੇਟ ਕੀਤਾ ਹੋਇਆ ਹੈ ਉਹ ਵੋਟ ਪਾਉਂਦੇ ਆ। ਯਾਨੀ ਕਿ ਜਿਹੜੇ ਚੁਣੇ ਹੋਏ ਮੈਂਬਰ ਆ ਉਹਨਾਂ ਨੇ ਹੀ ਮਤਲਬ ਰਾਸ਼ਟਰਪਤੀ ਲਈ ਵੋਟ ਪਾਉਣੀ ਹੈ, ਅਤੇ ਉਹ ਜਿਹੜੇ ਚੁਣੇ ਹੋਏ ਮੈਂਬਰ ਆ ਉਹ ਲੋਕ ਸਭਾ ਅਤੇ ਰਾਜ ਸਭਾ ਦੇ, ਫਿਰ ਵਿਧਾਨ ਸਭਾ, ਅਤੇ ਉਸ ਤੋਂ ਬਾਅਦ ਵਿਧਾਨ ਸਭਾ ਜਿਹੜਾ ਦਿੱਲੀ ਅਤੇ ਪੌਂਡੀਚੇਰੀ ਜਿਹੜੇ ਉਹਨਾਂ ਦੇ ਆ, ਜੋ ਉਹਨਾਂ ਨੂੰ ਵੋਟ ਪਾਉਂਦੇ ਆ। ਉਸ ਤੋਂ ਬਾਅਦ ਜਿਹੜੀ ਮਤਲਬ ਵੋਟ ਆਉਂਦੀ ਹੈ ਉਹ ਵੋਟ ਕਿਸ ਤਰ੍ਹਾਂ ਆਉਂਦੀ ਹੈ ਰਾਸ਼ਟਰਪਤੀ ਨੂੰ, ਕਿ ਜਦੋਂ ਕੋਈ ਵੀ ਇਹ ਵੋਟ ਪੈਂਦੀ ਆ ਉਹ ਇਨਡਾਇਰੈਕਟਲੀ, ਯਾਨੀ ਕਿ ਡਾਇਰੈਕਟ ਵੋਟ ਨਹੀਂ ਮਤਲਬ ਉਹਨਾਂ ਨੂੰ ਪੈਂਦੀ ਆ, ਅਸਿੱਧੇ ਤੌਰ 'ਤੇ ਜਿਹੜੀ ਸੀ ਵੋਟ ਪਾਈ ਜਾਂਦੀ ਹੈ ਰਾਸ਼ਟਰਪਤੀ ਨੂੰ। ਅਤੇ ਇਸ ਤਰ੍ਹਾਂ ਜਿਹੜਾ ਸੀ ਕਿ ਜੋ ਅਸੀਂ ਇਹਦੇ ਵਿੱਚ ਇਹ ਸਮਝਿਆ ਕਿ ਜੋ ਰਾਸ਼ਟਰਪਤੀ ਹੈ ਉਹਨਾਂ ਦੀ ਜਿਹੜੀ ਚੋਣ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ ਸਿੰਪਲੀ। ਫਿਰ ਉਸ ਤੋਂ ਬਾਅਦ ਫਿਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਰਾਸ਼ਟਰਪਤੀ ਹੈ
ਜਦੋਂ ਉਹਨਾਂ ਦੀ ਚੋਣ ਹੁੰਦੀ ਹੈ ਤਾਂ ਉਹਨਾਂ ਦੇ ਲਈ ਇੱਕ ਵਰਡ ਯੂਜ਼ ਹੁੰਦਾ ਸੀ, ਉਹਨੂੰ ਅਸੀਂ ਕਹਿ ਦਿੰਦੇ ਹਾਂ ਪ੍ਰੋਪੋਰਸ਼ਨਲ ਰੈਪਰਜੈਂਟੇਸ਼ਨ ਅਨੁਸਾਰ ਸਿੰਗਲ ਟਰਾਂਸਫਰੇਬਲ ਵੋਟ। ਮੀਨਸ ਕਿ ਇਹਦਾ ਮੀਨਿੰਗ ਕੀ ਹੈ ਇਸ ਚੀਜ਼ ਦਾ, ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਸਾਡੇ ਲਈ। ਇਹਦੇ ਲਈ ਬੇਟਾ ਇਸ ਤਰ੍ਹਾਂ ਹੈ ਕਿ ਜੇਕਰ ਹੁਣ ਅਸੀਂ ਗੱਲ ਕਰੀਏ ਕਿ ਇੱਕ MLA ਦੀ ਜਿਹੜੀ ਵੋਟ ਹੈ ਉਹਦੀ ਵੈਲਿਊ ਕੀ ਹੈ, ਤਾਂ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਉਸ ਨੂੰ ਅਸੀਂ ਇੱਕ ਫਾਰਮੂਲਾ ਜਿਹੜਾ ਸੀ ਉਹ ਆਪਣੇ ਯੂਜ਼ ਕਰਦੇ ਹਾਂ, ਕਿ ਜਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਪਿਕਚਰ ਦੇ ਵਿੱਚ ਕਿ ਜੋ ਸਾਹਮਣੇ ਜੋ ਸਲਾਈਡ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਪ੍ਰੋਪੋਰਸ਼ਨਲ ਰਿਪਰਜੈਂਟੇਸ਼ਨ ਉਹਦੇ ਅਨੁਸਾਰ ਜਿਹੜੀ ਸੀ ਆਪਣੇ ਇਹਨਾਂ ਨੂੰ ਜਿਹੜਾ ਸੀ ਚੁਣਿਆ ਜਾਂਦਾ ਆ। ਅਤੇ ਉਹਦੇ ਵਿੱਚ ਜਿਹੜੀ ਇੱਕ MLA ਦੀ ਜਿਹੜੀ ਵੋਟ ਹੈ ਉਹ ਹੁੰਦੀ ਹੈ ਕਿ ਰਾਜ ਦੀ ਜੋ ਕੁੱਲ ਜਨਸੰਖਿਆ ਮਤਲਬ ਟੋਟਲ ਪਾਪੂਲੇਸ਼ਨ ਜਿਹੜੀ ਹੈ ਕਿੰਨੀ ਹੈ, ਓਵਰ ਕਿ ਰਾਜ ਦੀ ਜਿਹੜੀ ਵਿਧਾਨ ਸਭਾ ਦੇ ਕੁੱਲ ਚੁਣੇ ਹੋਏ ਮੈਂਬਰ ਕਿੰਨੇ ਹੈ। ਯਾਨੀ ਕਿ ਅਸੀਂ ਜੇਕਰ ਫੋਰ ਐਗਜ਼ਾਮਪਲ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਜਿਹੜਾ ਸੀ ਕਿ ਸਾਡੇ ਜਿਹੜਾ ਪੰਜਾਬ ਸਟੇਟ ਆ ਉਹਦੀ ਕੁੱਲ ਜਨਸੰਖਿਆ ਕਿੰਨੀ ਹੈ ਅਤੇ ਜਿਹੜੀ ਸਾਡੀ ਜੋ ਵਿਧਾਨ ਸਭਾ ਆ ਉਹਦੇ ਜਿਹੜੇ ਚੁਣੇ ਹੋਏ ਮੈਂਬਰ ਜਿਹੜੇ ਆ ਉਹ ਮਤਲਬ ਉਹ ਕਿੰਨੇ ਆ। ਮਲਟੀਪਲਾਈ 1/1000 ਇਹ ਜਿੰਨਾ ਵੀ ਅਸੀਂ ਮਤਲਬ ਕਰਕੇ ਉਹ ਅਸੀਂ ਆਪਣੇ ਇੱਕ MLA ਦੀ ਜਿਹੜੀ ਵੋਟ ਆ ਉਹ ਕੱਢਣੀ ਹੁੰਦੀ ਹੈ। ਅਤੇ ਦੂਜਾ ਜਿਹੜਾ ਸੀ ਅਸੀਂ ਇੱਕ MP ਦੀ ਵੋਟ ਕਿਸ ਤਰ੍ਹਾਂ ਕੱਢਦੇ ਹਾਂ। MP ਦੀ ਵੋਟ ਹੁੰਦੀ ਆ ਕਿ ਕੁੱਲ MLA ਜਿਹੜੇ ਆ, ਯਾਨੀ ਕਿ ਕੁੱਲ MLA ਮੀਨਸ ਕਿ ਜਿੰਨੇ ਵੀ ਟੋਟਲੀ ਜਿਹੜੇ ਸੀ ਆਪਣੇ ਸਾਡੇ ਜਿੱਦਾਂ ਮੰਨ ਲਓ ਪੰਜਾਬ ਸਟੇਟ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਆ ਟੋਟਲ MP ਜਿਹੜੇ ਆ ਇਸ ਵੇਲੇ ਉਹ 13 ਆ, ਯਾਨੀ ਕਿ ਲੋਕ ਸਭਾ ਜਿਹੜੀਆਂ ਸੀਟਸ ਨੇ ਪੰਜਾਬ ਦੇ ਵਿੱਚ ਉਹ 13 ਆ। ਉਹ ਜਿਹੜੇ ਕੁੱਲ MLA ਆ ਜੋ ਸਾਡੇ 117 ਸੀਟ ਹੈ ਪੰਜਾਬ ਦੇ ਵਿੱਚ ਜੋ ਸਾਡੀਆਂ ਲੈਜਿਸਲੇਟਿਵ ਅਸੈਂਬਲੀ ਅਗਲੇ ਸਾਲ 2022 'ਚ ਵੋਟਾਂ ਆ ਰਹੀਆਂ ਆ, ਉਹਦੇ ਵਿੱਚ ਜਿਹੜੇ ਉਹ ਕੁੱਲ MLA ਆ ਉਹਨਾਂ ਦਾ ਵੋਟ ਮੁੱਲ ਕੀ ਹੈ ਓਵਰ ਜਿਹੜੇ ਚੁਣੇ ਹੋਏ MP ਦੀ ਸੰਖਿਆ ਕਿੰਨੀ ਹੈ। ਉਹ ਸਾਡੇ ਇੱਕ MP ਔਰ ਇੱਕ MLA ਜਿਹੜਾ ਆ ਮਤਲਬ ਉਹਦੀ ਵੋਟ ਜਿਹੜੀ ਸੀ ਇਸ ਤਰ੍ਹਾਂ ਨਿਕਲਦੀ ਹੈ। ਹੁਣ ਇਹਦੇ ਵਿੱਚ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਉਹ ਇਹ ਆ ਕਿ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਆਪਣੇ ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕੀਤੀ ਹੈ ਕਿ ਸਾਡੇ ਲੋਕ ਸਭਾ ਦੇ ਵਿੱਚ 545 ਮੈਂਬਰ ਹੈ ਜਿਹੜੇ ਕਿ ਆਪਣੇ ਲੋਕ ਸਭਾ ਦੇ ਵਿੱਚ ਜਿਹੜੇ MP ਉਹ ਚੁਣੇ ਜਾਂਦੇ ਆ, ਪਰ ਇਹਦੇ ਵਿੱਚੋਂ ਜਿਹੜੇ 545 ਦੇ ਵਿੱਚੋਂ 543 ਜਿਹੜੇ ਆ ਉਹ ਚੁਣੇ ਜਾਂਦੇ ਆ, ਜਦ ਕਿ 2 ਜਿਹੜੇ ਆ ਉਹ ਨੋਮੀਨੇਟ ਹੁੰਦੇ ਆ। ਹੁਣ ਅਸੀਂ ਕੀ ਕਰਨਾ ਹੈ ਕਿ ਜਿਹੜਾ 543 ਹੈ ਆਪਣੇ ਜਿਹੜੀਆਂ ਲੋਕ ਸਭਾ ਦਾ ਜਿਹੜੇ ਮਤਲਬ ਮੈਂਬਰ ਆ ਜੋ ਸਿਰਫ ਚੁਣੇ ਹੋਏ ਆ, ਉਹਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਜਿਹੜੇ ਸਾਡੇ ਰਾਜ ਸਭਾ ਦੇ ਵਿੱਚ 233 ਮੈਂਬਰ ਜਿਹੜੇ ਚੁਣੇ ਹੋਏ ਆ, ਅਸੀਂ ਕੀ ਕਰਨਾ ਆ 543 ਅਤੇ 233 ਉਹਨਾਂ ਨੂੰ ਜਦੋਂ ਅਸੀਂ ਮਤਲਬ ਜੋੜਦੇ ਹਾਂ ਅਤੇ ਕਰਕੇ 776 ਜਿਹੜੀ ਸੀ ਉਹ ਕੁੱਲ ਆਪਣੀ ਜੋ ਸੰਖਿਆ ਆ ਰਹੀ ਹੈ। ਅਤੇ ਇਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ MP ਹੈ ਉਹ ਟੋਟਲ ਜਿਹੜੇ ਆ ਉਹ 776 ਆ ਲੋਕ ਸਭਾ ਅਤੇ ਰਾਜ ਸਭਾ ਤੋਂ MP ਜੋ ਹੈ। ਅਤੇ ਦੂਜੇ ਪਾਸੇ ਜਿਹੜੇ ਸਾਡੇ MLA ਆ ਉਹਨਾਂ ਦੀ ਸੰਖਿਆ ਜਿਹੜੀ ਆ 4120 ਹੈ। ਅਤੇ ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਅਤੇ ਜਦੋਂ ਅਸੀਂ ਇੱਕ MLA ਦੀ ਵੋਟ ਔਰ ਇੱਕ MP ਦੀ ਵੋਟ ਕੱਢ ਲੈਂਦੇ ਹਾਂ ਅਤੇ ਉਹ ਇੱਕ ਮਤਲਬ ਬਰਾਬਰ ਹੋ ਜਾਂਦਾ ਆ ਕਿ ਹਰ ਇੱਕ MLA ਨੂੰ ਕਿੰਨੀ ਵੋਟ ਪੈ ਰਹੀ ਹੈ ਕਿ ਇੱਕ MLA ਦੇ ਪਿੱਛੇ ਕਿੰਨੇ ਲੱਖ ਜਿਹੜੇ ਸੀ ਜੋ ਮਤਲਬ ਨਾਗਰਿਕ ਵੋਟ ਪਾ ਰਹੇ ਆ, ਉਹ ਵੋਟ ਜਿਹੜੀ ਸੀ ਦੋਨਾਂ ਦੀ ਬਰਾਬਰ ਹੋ ਜਾਂਦੀ ਹੈ। ਕਿ ਜਦੋਂ ਅਸੀਂ ਇਸ ਤਰੀਕੇ ਨਾਲ ਆਪਣੇ ਵੋਟ ਕੱਢਦੇ ਹਾਂ, ਯਾਨੀ ਕਿ MLA ਦੀ ਵੋਟ ਔਰ MP ਦੀ ਵੋਟ, ਯਾਨੀ ਕਿ ਇੱਕ ਪਾਸੇ 776 ਔਰ ਦੂਜੇ ਪਾਸੇ 4120, ਇਹਨਾਂ ਨੂੰ ਇਸ ਤਰ੍ਹਾਂ ਮਤਲਬ ਇਹਨਾਂ ਦੀ ਸੀਟਸ ਜੋ ਡਿਸਟਰੀਬਿਊਟ ਕੀਤੀਆਂ ਜਾਂਦੀਆਂ ਜਾਂ ਕਹਿ ਲਓ ਕਿ ਇਸ ਤਰ੍ਹਾਂ ਨਾਲ ਜਿਹੜੇ ਸੀ ਇਹਨਾਂ ਦੀ ਜੋ ਪਾਰਟੀਸ਼ਨ ਹੋ ਜਾਂਦੀ ਆ ਆਪਣੀਆਂ ਜੋ ਲੋਕਾਂ ਦੀ, ਕਿ ਇਹਨਾਂ ਦੀ ਇੱਕ ਸਿੰਗਲ ਜਿਹੜੀ ਸੀ ਵੋਟ ਉਹ ਮਤਲਬ ਸੇਮ ਬਰਾਬਰ ਹੀ ਜਾਂਦੀ ਹੈ ਇਹਨਾਂ ਦੀ ਵੋਟ MLA ਦੀ ਔਰ MP ਦੀ, ਯਾਨੀ ਕਿ ਇਹਨਾਂ ਨੂੰ ਉਹ ਜਿਹੜੀ ਜਨਸੰਖਿਆ ਆ ਉਹ ਆਪਣੇ MLA ਦੀ ਬਰਾਬਰ ਹੋ ਜਾਂਦੀ ਹੈ ਔਰ MP ਦੀ ਵੀ ਬਰਾਬਰ ਹੋ ਜਾਂਦੀ ਹੈ। ਅਤੇ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਇਹ ਆਪਣੇ ਕਿ ਫਿਰ ਪੁਆਇੰਟ ਸਾਡਾ ਆ ਰਿਹਾ ਹੈ ਇਸ ਤੋਂ ਬਾਅਦ ਕਿ
ਸ਼ਰਤਾਂ ਕੀ ਹੈ, ਯਾਨੀ ਕਿ ਕੁਝ ਕੰਡੀਸ਼ਨਸ ਕੀ ਹੈ, ਕਿ ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਮੰਨ ਲਓ ਕਿ ਤੁਸੀਂ ਆਰਮੀ 'ਚ ਜਾਣਾ ਚਾਹੁੰਦੇ ਹੋ, ਅਤੇ ਆਰਮੀ ਦੇ ਵਿੱਚ ਜਾਣ ਦੇ ਲਈ ਜਿਹੜਾ ਸੀ ਉਹਨਾਂ ਨੇ ਕੁਝ ਕੰਡੀਸ਼ਨਸ ਰੱਖੀਆਂ ਹੋਈਆਂ ਆ ਕਿ ਮਤਲਬ ਪਹਿਲਾਂ 10th ਔਰ +2 ਜਿਹੜੀ ਆ ਉਹ ਹੋਣੀ ਜ਼ਰੂਰੀ ਹੈ। ਤੁਹਾਡੀ ਹਾਈਟ ਜਿਹੜੀ ਆ ਉਹ 5 ਫੁੱਟ ਮਤਲਬ ਕਹਿ ਲਓ 5 ਫੁੱਟ 6 ਇੰਚ ਜਾਂ 5 ਫੁੱਟ 9 ਇੰਚ ਜਾਂ 6 ਫੁੱਟ ਜਿੰਨੀ ਵੀ ਉਹਨਾਂ ਦੀ ਆਪਣੇ ਉਹਨਾਂ ਨੇ ਮੰਗਿਆ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੋਇਆ ਕਿ ਫਿਜ਼ੀਕਲੀ ਜਿਹੜੀ ਆ ਜੋ ਕੋਈ ਡਿਸੇਬਿਲਿਟੀ ਨਾ ਹੋਵੇ, ਮੈਂਟਲੀ ਪੂਰਾ ਜਿਹੜਾ ਸੀ ਅੱਛੀ ਤਰ੍ਹਾਂ ਪ੍ਰਪੇਅਰ ਹੋਵੇ ਬੱਚਾ, ਯਾਨੀ ਕਿ ਕੁਝ ਆਰਮੀ ਦੇ ਲਈ ਕੁਝ ਕੰਡੀਸ਼ਨਸ ਉਹਨਾਂ ਨੇ ਰੱਖੀਆਂ ਹੋਈਆਂ ਹੈ। ਇਸੇ ਤਰ੍ਹਾਂ ਜਿਹੜਾ ਸੀ ਕਿ ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਆ ਤਾਂ ਉਹਦੇ ਵਿੱਚ ਵੀ ਕੁਝ ਕੰਡੀਸ਼ਨਸ ਰੱਖੀਆਂ ਹੋਈਆਂ ਆ, ਅਤੇ ਉਹ ਕੰਡੀਸ਼ਨਸ ਕਿਹੜੀਆਂ ਨੇ। ਪਹਿਲੀ ਕੰਡੀਸ਼ਨ ਆ ਕਿ ਭਾਰਤ ਦਾ ਨਾਗਰਿਕ ਹੋਵੇ। ਭਾਰਤ ਦਾ ਨਾਗਰਿਕ ਇਸ ਤਰ੍ਹਾਂ ਹੋਵੇ ਕਿ ਮੰਨ ਲਓ ਸਪੋਜ਼ ਕਰੋ ਕਿ ਜੇਕਰ ਕੋਈ ਵੀ ਬੰਦਾ ਹੈ ਉਹਨੇ ਸਾਡੇ ਭਾਰਤ ਦੇ ਵਿੱਚ ਵੀ ਰਹਿ ਰਿਹਾ ਆ ਅਤੇ ਬਾਹਰ ਮਤਲਬ ਅਮੈਰੀਕਾ ਜਾਂ ਕੈਨੇਡਾ ਦੇ ਵਿੱਚ ਵੀ ਰਹਿ ਰਿਹਾ ਆ, ਅਤੇ ਉਹਦੇ ਇਸ ਦੇ ਅਕੋਰਡਿੰਗ ਟੂ ਸਿਰਫ ਉਸ ਨੂੰ ਬੰਦੇ ਨੂੰ ਇੱਕ ਨਾਗਰਿਕਤਾ ਮਿਲੇਗੀ, ਜਾਂ ਤਾਂ ਉਸ ਨੂੰ ਨਾਗਰਿਕਤਾ ਭਾਰਤ ਦੀ ਮਿਲੇਗੀ ਜਾਂ ਉਸ ਨੂੰ ਨਾਗਰਿਕਤਾ ਆਪਣੇ ਕੈਨੇਡਾ ਜਾਂ ਅਮੈਰੀਕਾ ਦੀ ਮਿਲੇਗੀ। ਜੇਕਰ ਉਹ ਆਦਮੀ ਬਾਹਰ ਰਹਿ ਰਿਹਾ ਆ ਪਿਛਲੇ 10 ਸਾਲ ਤੋਂ, ਪਿਛਲੇ 15 ਸਾਲ ਤੋਂ, ਜਾਂ ਅਲੱਗ-ਅਲੱਗ ਜੋ ਵੀ ਦੇਸ਼ਾਂ ਦੀ ਆਪਣੇ ਜੋ ਉਹਨਾਂ ਦੀ ਆਪਣੇ ਕੰਡੀਸ਼ਨਸ ਹੁੰਦੀਆਂ ਆ ਉਹਦੇ ਅਨੁਸਾਰ ਰਹਿ ਰਿਹਾ ਅਤੇ ਉੱਥੇ ਦਾ ਪੱਕਾ ਵਸਨੀਕ ਆ, ਤਾਂ ਉਹ ਇੱਥੇ ਆ ਕੇ ਜਿਹੜਾ ਸੀ ਉਹ ਭਾਰਤ ਦਾ ਜਿਹੜੀ ਸੀ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਦਾ। ਅਤੇ ਉਹਨਾਂ ਨੇ ਪਹਿਲੀ ਕੰਡੀਸ਼ਨ ਜੋ ਇਹ ਰੱਖੀ ਹੋਈ ਆ ਕਿ ਜਿਹੜਾ ਵੀ ਮਤਲਬ ਉਹ ਬਣੇਗਾ ਨਾਗਰਿਕ ਆਪਣੇ ਰਾਸ਼ਟਰਪਤੀ ਬਣੂਗਾ ਉਹ ਭਾਰਤ ਦਾ ਨਾਗਰਿਕ ਹੋਵੇ। ਦੂਜਾ ਉਹਨਾਂ ਨੇ ਕਿਹਾ ਕਿ ਜਿਹੜੀ ਉਮਰ ਹੈ ਉਹ 35 ਸਾਲ ਦੀ ਪੂਰੀ ਕਰ ਚੁੱਕਾ ਹੋਵੇ ਜਿਹੜਾ ਵੀ ਰਾਸ਼ਟਰਪਤੀ ਬਣਨਾ ਚਾਹੁੰਦਾ ਆ। ਅਤੇ ਤੀਜਾ ਜਿਹੜਾ ਸੀ ਉਹ ਕਿਸੇ ਅਹੁਦੇ 'ਤੇ ਨਾ ਹੋਵੇ। ਅਹੁਦਾ ਮੀਨਸ ਕਿ ਨਾ ਤਾਂ ਉਹ ਕਿਸੇ ਮਤਲਬ ਸਰਕਾਰੀ ਅਹੁਦੇ 'ਤੇ ਸੈਂਟਰ ਲੈਵਲ 'ਤੇ, ਨਾ ਹੀ ਰਾਜ ਲੈਵਲ 'ਤੇ ਜਿਹੜਾ ਸੀ ਕਿਸੇ ਸਰਕਾਰੀ ਅਹੁਦੇ 'ਤੇ ਹੋਵੇ। ਅਤੇ ਚੌਥਾ ਜਿਹੜਾ ਸੀ ਉਹਨਾਂ ਨੇ ਕਿਹਾ ਗਿਆ ਸੀ ਕਿ ਉਹ ਲੋਕ ਸਭਾ ਦਾ ਜਿਹੜਾ ਮੈਂਬਰ ਬਣਨ ਦੇ ਲਈ ਜਿਹੜਾ ਸੀ ਉਹ ਜਾਂ ਮਤਲਬ ਸਿਲੈਕਟ ਹੋਣ ਲਈ ਉਹ ਯੋਗ ਹੋਵੇ। ਇਹ ਕੁਝ ਮਤਲਬ ਕੰਡੀਸ਼ਨਸ ਰੱਖੀਆਂ ਸੀ, ਕੁਝ ਉਹ ਪਾਗਲ ਜਾਂ ਦੀਵਾਲੀਆ ਨਾ ਹੋਵੇ, ਕੁਛ ਇਸ ਤਰ੍ਹਾਂ ਦੀ ਕੰਡੀਸ਼ਨਸ ਵੀ ਆ ਜਾਂਦੀਆਂ ਆ। ਅਤੇ ਫਿਰ ਉਸ ਤੋਂ ਬਾਅਦ ਜਿਹੜਾ ਸੀ ਜੋ ਅਗਲਾ ਪੁਆਇੰਟ ਅਸੀਂ ਦੇਖਦੇ ਹਾਂ ਕਿ ਜਿਹੜਾ ਰਾਸ਼ਟਰਪਤੀ ਦਾ ਅਹੁਦਾ ਆ ਉਹ ਅਹੁਦਾ ਜਿਹੜਾ ਸੀ ਕਿੰਨੇ ਸਾਲ ਤੱਕ ਹੁੰਦਾ ਆ। ਅਤੇ ਰਾਸ਼ਟਰਪਤੀ ਦਾ ਜਿਹੜਾ ਅਹੁਦਾ ਆ ਉਹ ਬੇਟਾ 5 ਸਾਲ ਲਈ ਹੁੰਦਾ ਆ। ਕਿ ਨੈਸ ਦੇ ਲਈ ਤੁਹਾਨੂੰ ਮੈਂ ਵਾਰ-ਵਾਰ ਕਹਿ ਰਿਹਾ ਕਿ ਡਾਇਰੈਕਟ ਕੁਐਸਚਨ ਜੇਕਰ ਤੁਹਾਨੂੰ ਪੁੱਛਿਆ ਜਾ ਰਿਹਾ ਆ ਅਤੇ ਉਹ ਇਸੇ ਤਰ੍ਹਾਂ ਹੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ 5 ਸਾਲ ਦੇ ਲਈ ਜਿਹੜਾ ਸੀ ਉਹਦਾ ਅਹੁਦਾ ਉਹ ਹੁੰਦਾ ਹੈ। ਉਸ ਤੋਂ ਬਾਅਦ ਕਿ ਜਿਹੜੇ ਰਾਸ਼ਟਰਪਤੀ ਹੈ ਉਹਨਾਂ ਨੂੰ ਸਹੁੰ ਕੌਣ ਚੁਕਾਉਂਦਾ ਆ, ਯਾਨੀ ਕਿ ਇੱਧਰ ਵੋਟ ਤਾਂ ਪੈ ਗਈ ਕਿ ਜਿਹੜੇ ਲੋਕ ਸਭਾ ਅਤੇ ਰਾਜ ਸਭਾ ਦੇ ਇਲੈਕਟਡ ਮੈਂਬਰ ਆ, ਵਿਧਾਨ ਸਭਾ ਦੇ ਇਲੈਕਟਡ ਮੈਂਬਰ ਆ, ਵਿਧਾਨ ਸਭਾ ਦਿੱਲੀ ਪੌਂਡੀਚੇਰੀ ਦੇ ਇਲੈਕਟਡ ਮੈਂਬਰ ਉਹਨਾਂ ਨੇ ਵੋਟ ਪਾਤੀ, ਅਤੇ ਜਿਹੜੀ ਵੋਟ ਹੈ ਉਹ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਦੇ ਅਨੁਸਾਰ ਜਿਹੜਾ ਸੀ ਕਿ ਜੋ ਸਿੰਗਲ ਟਰਾਂਸਫਰੇਬਲ ਵੋਟ ਜਿਹੜੀ ਉਹ ਹੋ ਗਈ। ਹੁਣ ਉਸ ਤੋਂ ਬਾਅਦ ਜਿਹੜੀ ਸਹੁੰ ਕਿਹਨੇ ਚੁਕਾਉਣੀ ਹੈ ਉਸਨੂੰ, ਅਤੇ ਜਿਹੜੀ ਸਹੁੰ ਹੈ ਉਹ ਚੁਕਾਉਂਦੇ ਆ ਸੁਪਰੀਮ ਕੋਰਟ ਦੇ ਜਿਹੜੇ ਮੁੱਖ ਜੱਜ ਹੈ ਉਹਨਾਂ ਨੇ ਸਹੁੰ ਚੁਕਾਉਣੀ ਆ ਕਿਸ ਨੂੰ, ਰਾਸ਼ਟਰਪਤੀ ਨੂੰ। ਉਸ ਤੋਂ ਬਾਅਦ ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਰਾਸ਼ਟਰਪਤੀ ਹੈ ਉਹਨਾਂ ਨੂੰ ਕਿ ਕਿਸ ਤਰ੍ਹਾਂ ਨਾਲ ਜਿਹੜਾ ਸੀ ਆਪਣੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਉਹਨਾਂ ਜੇਕਰ ਜਿਹੜੇ ਰਾਸ਼ਟਰਪਤੀ ਹੈ ਉਹ ਸੰਵਿਧਾਨ ਦਾ ਉਲੰਘਣ ਕਰ ਰਹੇ ਆ, ਯਾਨੀ ਕਿ ਦੇਸ਼ ਨੂੰ ਚਲਾ ਰਹੇ ਆ, ਬਟ ਜਿਹੜਾ ਕਾਨੂੰਨ ਹੈ ਜੋ ਮਤਲਬ ਸਾਡੇ ਦੇਸ਼ ਨੂੰ ਚਲਾਉਣ ਦੇ ਲਈ ਜੋ ਕਾਨੂੰਨ ਬਣਿਆ ਹੋਇਆ ਆ ਉਸ ਦੇ ਅਕੋਰਡਿੰਗ ਟੂ ਮਤਲਬ ਕੰਮ ਨਹੀਂ ਕਰ ਰਹੇ, ਤਾਂ ਉਹਨਾਂ 'ਤੇ ਇੰਪੀਚਮੈਂਟ ਲਗਾ ਕੇ ਜਿਹੜਾ ਸੀ ਉਹਨਾਂ ਨੂੰ ਜਿਹੜਾ ਸੀ ਅਹੁਦੇ ਤੋਂ ਹਟਾਇਆ ਜਾ ਸਕਦਾ ਆ। ਪਰ ਅਹੁਦੇ ਤੋਂ ਤਾਂ ਹੀ ਉਹ ਹਟਾ ਸਕਦੇ ਸੀ ਕਿ ਜੇਕਰ ਇਹ ਜਿਹੜੀ ਉਹ ਇੰਪੀਚਮੈਂਟ ਜਿਹੜਾ ਉਹ ਲਾਉਣਾ ਆ ਤਾਂ ਉਹ ਉਹਨਾਂ ਨੂੰ ਪਹਿਲਾਂ 14 ਦਿਨ ਦਾ ਨੋਟਿਸ ਜਿਹੜਾ ਸੀ ਉਹ ਕੱਟਣਾ ਜ਼ਰੂਰੀ ਹੈ, ਜਦੋਂ ਰਾਸ਼ਟਰਪਤੀ ਉਹਨਾਂ 'ਤੇ ਜਿਹੜਾ ਸੀ ਆਪਣੀ ਇੰਪੀਚਮੈਂਟ ਲਾਉਣਾ ਆ। ਹੁਣ ਇਹਦੇ ਵਿੱਚ ਜਿਹੜਾ ਨੇ ਇੰਪੀਚਮੈਂਟ ਲਾਉਣਾ ਆ ਉਹ ਕੌਣ ਆ, ਯਾਨੀ ਕਿ ਇੱਕ ਤਾਂ ਜਿਹੜੇ ਤਾਂ ਨੋਮੀਨੇਟਡ ਮੈਂਬਰ ਹੈ ਸੰਸਦ ਦੇ ਦੋਨੋਂ ਸਦਨਾਂ ਦੇ, ਯਾਨੀ ਕਿ ਲੋਕ ਸਭਾ ਅਤੇ ਰਾਜ ਸਭਾ ਦੇ, ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਯਾਨੀ ਕਿ ਚੋਣ ਦੇ ਵਿੱਚ ਭਾਗ ਨਹੀਂ ਲਿਆ ਸੀ ਉਹ ਲਗਾ ਸਕਦੇ ਆ, ਉਹ ਭਾਗ ਲੈ ਸਕਦੇ ਇਹਦੇ ਵਿੱਚ ਜੋ ਉਹਨਾਂ ਦੇ ਇੰਪੀਚਮੈਂਟ ਲਾਣਾ ਆ। ਸੈਕੰਡ ਕਹਿ ਸਕਦੇ ਹਾਂ ਕਿ ਰਾਜ ਵਿਧਾਨ ਸਭਾ ਅਤੇ ਜਿਹੜੀ ਸੀ ਆਪਣੇ ਰਾਜ ਵਿਧਾਨ ਸਭਾ ਜਿਹੜੀ ਹੈ ਵਿਧਾਨ ਸਭਾ ਦੇ ਜਿਹੜੇ ਆਪਣੇ ਜਿਸ ਤਰ੍ਹਾਂ ਦਿੱਲੀ ਅਤੇ ਪੌਂਡੀਚੇਰੀ ਜਾਂ ਕੋਈ ਵੀ ਆ ਉਹ ਇਹਨਾਂ 'ਤੇ ਦੋਸ਼ ਜਿਹੜੇ ਸੀ ਰਾਸ਼ਟਰਪਤੀ 'ਤੇ ਨਹੀਂ ਲਗਾ ਸਕਦੇ। ਅਤੇ ਅੱਜ ਤੱਕ
ਰਾਸ਼ਟਰਪਤੀ ਤੇ ਜਿਹੜਾ ਸੀ ਕਿ ਕੋਈ ਵੀ ਅੱਜ ਤੱਕ ਜਿਹੜਾ ਸੀ ਇੰਪੀਚਮੈਂਟ ਜਿਹੜਾ ਸੀ ਉਹ ਨਹੀਂ ਲੱਗਿਆ। ਇਸ ਤੋਂ ਬਾਅਦ ਅਸੀਂ ਬੇਟਾ ਦੇਖਦੇ ਹਾਂ ਕਿ ਜਿਹੜੇ ਆਪਣੇ ਰਾਸ਼ਟਰਪਤੀ ਹੈ, ਯਾਨੀ ਕਿ ਜੇਕਰ ਹੁਣ ਅਸੀਂ ਗੱਲ ਜਿੱਦਾਂ ਕੀਤੀ ਸੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਹਟਾਇਆ ਜਾਂਦਾ ਆ, ਅਤੇ ਉਹਨਾਂ 'ਤੇ ਜਿਹੜਾ ਸੀ ਕਿ ਜੇਕਰ ਉਹ ਸੰਵਿਧਾਨ ਦਾ ਉਲੰਘਣ ਕਰ ਰਹੇ ਆ ਤਾਂ ਉਹਨਾਂ 'ਤੇ ਜਿਹੜਾ ਸੀ ਆਪਣੇ ਇੰਪੀਚਮੈਂਟ ਲਾ ਕੇ ਜਿਹੜਾ ਸੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਬਾਕੀ ਬੇਟਾ ਅਸੀਂ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋ ਰਹੇ ਹਾਂ। ਥੈਂਕ ਯੂ।